ਤੇ ਮੈਨੂੰ ਤਾਂ ਰੋਟੀ ਖਾਣੀ ਮੁਸ਼ਕਿਲ ਹੋ ਗਈ ਜੀ। 3 ਮੇਰੇ ਬੱਚੇ ਆ, ਮੈਂ ਖਰਚਾ ਕਿੱਥੋਂ ਕਰਦੀ, ਉਹਨਾਂ ਦਾ ਇਲਾਜ ਕਰਵਾਉਂਦੀ ਆ, ਮੈਂ ਬੈਂਕ ਦੀ ਕਿਸ਼ਤ ਭਰਦੀ ਜੀ। ਇਹਨਾਂ ਕੋਲ ਆਉਂਦੇ ਜੀ ਇਦਾਂ ਹੀ ਕਹਿੰਦੇ ਵੀ ਤੁਹਾਨੂੰ ਪੈਸੇ ਨਹੀਂ ਮਿਲਣੇ ਜੀ। ਉੱਤੋਂ ਮੈਨੇਜਰ ਬੁਲਾਏ ਆ, ਉਹਨਾਂ ਨਾਲ ਗੱਲਬਾਤ ਚੱਲ ਰਹੀ ਆ, ਉਹ ਵੀ ਸਾਨੂੰ ਗੁੰਮਰਾਹ। ਅਸੀਂ ਇੰਨੇ ਪਰੇਸ਼ਾਨ ਹੋ ਗਏ ਆ ਬਜ਼ੁਰਗਾਂ ਨੂੰ ਦੇਖ ਕੇ, ਤਰਸਯੋਗ ਹਾਲਤ ਦੇ ਵਿੱਚ। ਦੇਖੋ ਸਰ, ਜਿਹੜੇ ਜੇ ਅਗਰ ਕੁਛ ਇੱਦਾਂ ਦਾ ਐਲੀਗੇਸ਼ਨ ਆ ਰਿਹਾ ਹੈਗਾ, ਅਗਰ ਕੋਈ ਇੱਦਾਂ ਦੀ ਗੱਲ ਹੋਈ ਵੀ ਹੈਗੀ, ਅਗਰ ਪਾਲਿਸੀ ਡਾਕੂਮੈਂਟ ਹੈ ਤੇ ਪਾਲਿਸੀ ਡਾਕੂਮੈਂਟ ਵੀ ਕਸਟਮਰ ਨੂੰ ਗਿਆ ਹੈਗਾ। ਮਤਲਬ ਅਗਰ ਕੋਈ ਕਹਿ ਰਿਹਾ ਕਿ ਹਾਂ ਐਫਡੀ ਦੀ ਜਗ੍ਹਾ ਮੇਰੀ ਐਫਡੀ ਹੋਈ ਸੀਗੀ ਜਾਂ ਪਾਲਿਸੀ ਡਾਕੂਮੈਂਟ ਨਹੀਂ ਸੀਗਾ, ਤੇ ਪਾਲਿਸੀ ਡਾਕੂਮੈਂਟ ਵੀ ਮਿਲੇ ਹੈਗੇ। ਬਟ ਕਈ ਵਾਰ ਕੰਸਰਨ ਇੱਦਾਂ ਹੁੰਦਾ ਕਿ ਹਾਂ ਅਗਰ ਕੋਈ ਇੱਕ ਦੋ ਨਾਲ ਅਗਰ ਕੋਈ ਇੱਦਾਂ ਦੀ ਇਹ ਗੱਲ ਹੋ ਗਈ, ਤੇ ਬਾਕੀ ਅਗਰ ਜਿਨ੍ਹਾਂ ਦਾ ਜੈਨੂਅਨ ਵੀ ਚੱਲ ਰਿਹਾ, ਉਹਨਾਂ ਨੂੰ ਵੀ ਲੱਗ ਰਿਹਾ कि किसी ਸਾਡੇ ਨਾਲ ਧੋਖਾ ਤਾਂ नहीं हो गया। नमस्कार, मैं हूं नेहा शुक्ला। एक आम इंसान बैंक में जब अपना पैसा जमा कराता है तो वो इस बात के लिए बेफिक्र हो जाता है कि अब उसका पैसा बैंक में सुरक्षित है। लेकिन कुराली में पंजाब नेशनल बैंक के खाता धारकों का अपने बैंक पर से ये भरोसा टूट चुका है। कुराली के पंजाब नेशनल बैंक के खाता धारकों ने आरोप लगाया है कि बैंक ने उनके साथ धोखाधड़ी की है। इन खाता धारकों ने कहा है कि बैंक ने उनकी एफडी का पैसा बिना उनकी जानकारी के पीएनबी मेट लाइफ इंश्योरेंस में शिफ्ट कर दी। नाराज खाता धारकों ने कुराली में आज जमा होकर बैंक के बाहर नारेबाजी की। इनका कहना था कि उन्होंने एफडी में भविष्य के लिए पैसे बचाकर रखे थे। ये पैसे अब किश्तों में कट चुके हैं और इस कोरोना काल में अब वो कंगाल हो चुके हैं। एक खाता धारक ने आरोप लगाया है कि बैंक ने उनके पति का इंश्योरेंस जबरन कर दिया और अब जब उनकी मौत हो गई है तो बैंक ने जवाब दिया है कि इंश्योरेंस पति नहीं बल्कि बेटे के नाम पर है। अब मजबूरन खाता धारक हरविंदर कौर को कभी सेक्टर 17 के बैंक ब्रांच में भेजा जा रहा है तो कभी कुराली के ब्रांच में बुलाया जाता है। ਮੇਰਾ ਨਾਮ ਹਰਵਿੰਦਰ ਕੌਰ ਹੈ ਜੀ। ਮੇਰੇ ਜੀ ਹਸਬੈਂਡ ਦੇ ਨਾਮ ਤੇ ਨਾ ਇੱਕ ਬੀਮਾ ਹੋਇਆ ਸੀ ਜੀ, ਹੁਣ ਤੋਂ 6 ਸਾਲ ਪਹਿਲਾਂ ਜੀ, 6ਵਾਂ ਸਾਲ ਲੱਗਿਆ ਹੋਇਆ ਜੀ। ਤੇ ਮੇਰੇ ਹਸਬੈਂਡ ਦੀ ਮਤਲਬ ਇੱਕੋ ਹੀ ਕਿਸ਼ਤ ਗਈ ਹੋਈ ਸੀ। ਦੂਜੀ ਕਿਸ਼ਤ ਨੂੰ ਮੇਰੇ ਹਸਬੈਂਡ ਸੀਰੀਅਸ ਹਾਲਤ 'ਚ ਮਤਲਬ ਬਿਮਾਰ ਹੋ ਗਏ ਜੀ ਉਹ, ਤੇ ਸਾਤੋਂ ਦੂਜੀ ਕਿਸ਼ਤ ਨਹੀਂ ਭਰੀ ਗਈ ਜੀ। ਕੈਂਸਰ ਦੀ ਬਿਮਾਰੀ ਸੀ ਮੇਰੇ ਹਸਬੈਂਡ ਨੂੰ, ਤੇ ਮੈਨੂੰ ਤਾਂ ਰੋਟੀ ਖਾਣੀ ਮੁਸ਼ਕਿਲ ਹੋ ਗਈ ਜੀ। 3 ਮੇਰੇ ਬੱਚੇ ਆ, ਮੈਂ ਖਰਚਾ ਕਿੱਥੋਂ ਕਰਦੀ, ਉਹਨਾਂ ਦਾ ਇਲਾਜ ਕਰਵਾਉਂਦੀ ਆ, ਮੈਂ ਬੈਂਕ ਦੀ ਕਿਸ਼ਤ ਭਰਦੀ ਜੀ। ਤੇ ਸਾਡੇ ਨਾਲ ਮੈਂ ਬਹੁਤ ਧੱਕੇ ਖਾ ਰਹੀ, 6 ਸਾਲ ਹੋ ਗਏ ਜੀ। ਮੈਂ ਹਰ ਇੱਕ ਜਗ੍ਹਾ ਘੁੰਮ ਲਈ, ਮੈਨੂੰ ਜੋ ਮੇਰਾ ਪੈਸਾ ਜਮ੍ਹਾਂ ਹੋਇਆ ਮੈਨੂੰ ਕਲੇਮ ਮਿਲਣਾ ਚਾਹੀਦਾ ਸੀ, ਮੈਨੂੰ ਜੋ ਮੇਰਾ ਪੈਸਾ ਜਮ੍ਹਾਂ ਹੋਇਆ ਉਹ ਵੀ ਨਹੀਂ ਮਿਲ ਰਿਹਾ ਜੀ। ਅਸੀਂ ਬਹੁਤ ਮਤਲਬ ਤੰਗ ਹੈ ਜੀ ਇਹਨਾਂ ਬੈਂਕਾਂ ਤੋਂ ਜੀ, ਜਿੱਥੇ ਫਰੋਡ ਹੋ ਰਿਹਾ ਸਭ ਦੇ ਨਾਲ। ਇਹ ਜਿਹੜਾ ਫਰੋਡ ਹੋ ਰਿਹਾ ਇਸ ਤੋਂ ਬਚਾਇਆ ਜਾਵੇ। ਤੁਹਾਨੂੰ ਇਹ ਪਾਲਿਸੀ ਜਦੋਂ ਇਹਨਾਂ ਨੇ ਕਰੀ ਹੈ ਉਹ ਦੱਸਿਆ ਸੀਗਾ ਵੀ ਅਸੀਂ ਪਾਲਿਸੀ ਨਹੀਂ ਜੀ, ਇਹਨਾਂ ਨੇ ਬਿਲਕੁਲ ਜੀ ਮੇਰੇ ਹਸਬੈਂਡ ਦੇ ਅਕਾਊਂਟ 'ਚੋਂ ਪੈਸੇ ਕੱਟੇ ਜੀ, ਇਹਨਾਂ ਨੇ ਕੋਈ ਸਾਨੂੰ ਨਹੀਂ ਦੱਸਿਆ ਜੀ। ਸੱਤੂ ਸਾਈਨ ਕਰਵਾ ਕੇ ਲੈ ਗਏ ਜੀ। ਉਸ ਟਾਈਮ ਮੇਰਾ ਬੇਟਾ ਵੀ 18 ਸਾਲ ਦਾ ਨਹੀਂ ਸੀ ਹੋਇਆ। ਸਾਨੂੰ ਇਹਨਾਂ ਨੇ ਉਹਦੇ 'ਚ ਵੀ ਸਾਡੇ ਨਾਲ ਧੋਖਾ ਕੀਤਾ ਜੀ। ਮੇਰੇ ਹਸਬੈਂਡ ਦੇ ਨਾਮ ਤੇ ਪਾਲਿਸੀ ਹੋਣੀ ਚਾਹੀਦੀ ਸੀ, ਮੇਰੇ ਬੇਟੇ ਦੇ ਨਾਮ ਤੇ ਕਰਤੀ ਜੀ ਉਹਨਾਂ ਨੇ। ਬੇਟਾ ਤੁਹਾਡਾ ਨਾਬਾਲਿਗ ਸੀਗਾ? ਨਾਬਾਲਿਗ ਸੀ ਜੀ ਮੇਰਾ ਬੇਟਾ ਜੀ। ਤੇ ਤੁਸੀਂ ਅੱਜ ਬੈਂਕ ਪੁੱਜੇ ਹੋ, ਕੀ ਕਿਹਾ ਬੈਂਕ ਮੈਨੇਜਰ ਨੇ ਜੀ? ਬੈਂਕ ਵਾਲੇ ਨਹੀਂ ਜੀ ਸਾਨੂੰ ਕੋਈ ਵੀ ਆਈ ਗਈ ਦਿੰਦੇ ਜੀ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਮੈਂ 17 'ਚ ਵੀ ਧੱਕੇ ਖਾ ਲਏ ਜੀ ਬਹੁਤ ਵਾਰ ਜਾ ਕੇ। ਇਹਨਾਂ ਕੋਲ ਆਉਂਦੇ ਜੀ ਇਦਾਂ ਹੀ ਕਹਿੰਦੇ ਵੀ ਤੁਹਾਨੂੰ ਪੈਸੇ ਨਹੀਂ ਮਿਲਣੇ ਜੀ, ਜੋ ਮਰਜੀ। ਤੁਸੀਂ ਕਿਆ ਕੰਮ ਕਰਦੇ ਹੋ ਤੇ ਤੁਹਾਡੀ ਕਿਸ਼ਤ ਕਿੰਨੀ ਬਣਾਈ ਹੋਈ ਆ ਹੁਣ? ਮੈਂ ਹਾਊਸ ਵਾਈਫ ਹਾਂ ਜੀ। 50,000 ਰੁਪਏ ਕਿਸ਼ਤ ਹੈ ਜੀ। ਮੈਨੂੰ ਤਾਂ ਆਪਣੇ ਘਰ ਦਾ ਖਰਚਾ ਚਲਾਉਣਾ ਔਖਾ ਜੀ। 3 ਬੱਚੇ ਮੇਰੇ स्टडी करते हैं। एक खाता धारक है नवदीप सिंह, जिनका कहना है कि बैंक ने उनके साथ ठगी की है। वो आए थे एफडी कराने लेकिन उनकी इंश्योरेंस कर दी गई। उनके पिता के जाली जे फॉर्म बनाकर बैंक ने उनको झूठ बोलकर साइन करवाकर इंश्योरेंस कर दी। ਭਾਈ ਮੇਰਾ ਨਾਮ ਨਵਦੀਪ ਸਿੰਘ ਹੈ ਜੀ। ਅਸੀਂ ਕੁਰਾਲੀ ਪੀਐਨਬੀ ਬੈਂਕ ਰੋਪੜ ਰੋਡ ਪੁੱਜੇ ਹਾਂ ਜੀ। ਕਿਉਂ ਪੁੱਜੇ ਹੋ ਤੁਸੀਂ? ਪ੍ਰਦਰਸ਼ਨ ਕਰ ਰਹੇ ਹੋ, ਕਿਹਦੇ ਖਿਲਾਫ ਕਰ ਰਹੇ ਹੋ? ਅਸੀਂ ਬੈਂਕ ਦੇ ਖਿਲਾਫ, ਜਿਹੜਾ ਬੈਂਕ ਦੇ ਵਿੱਚ ਇੰਨੇ 40-45 ਲੋਕਾਂ ਦੇ ਨਾਲ ਠੱਗੀ ਕੀਤੀ ਗਈ ਆ। ਬੈਂਕ ਦੇ ਵਿੱਚ ਐਫਡੀਆਂ ਕਰਵਾਉਣ ਆਏ ਬਜ਼ੁਰਗਾਂ ਦੇ ਨਾਲ ਠੱਗੀ ਹੋਈ ਹੈ, ਜਿਹੜੀ ਦਰਅਸਲ ਇਹ ਬੈਂਕ ਦੀ ਰਲੀ ਮਿਲੀ ਸੀਗੀ। ਅੱਜ ਅਸੀਂ ਗੇੜੇ ਮਾਰ ਰਹੇ ਆ 1 ਤਰੀਕ ਤੋਂ, 1 ਜਨਵਰੀ ਤੋਂ, ਕਿਸੇ ਨੂੰ 2 ਮਹੀਨੇ, ਕਿਸੇ ਨੂੰ 3 ਮਹੀਨੇ ਹੋ ਗਏ ਬਜ਼ੁਰਗਾਂ ਨੂੰ ਗੇੜੇ ਮਾਰਦਿਆਂ ਨੂੰ। ਸਾਡੀ ਕੋਈ ਸੁਣਵਾਈ ਨਹੀਂ ਤੀ ਹੋ ਰਹੀ। ਅੱਜ ਅਸੀਂ ਇੱਥੇ ਬੈਂਕ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਸੋ ਮੈਨੇਜਰ ਸਾਹਿਬ ਨੇ ਉੱਤੋਂ ਮੈਨੇਜਰ ਬੁਲਾਏ ਆ, ਉਹਨਾਂ ਨਾਲ ਗੱਲਬਾਤ ਚੱਲ ਰਹੀ ਆ, ਉਹ ਵੀ ਸਾਨੂੰ ਗੁੰਮਰਾਹ ਕਰ ਰਹੇ ਆ। ਫਿਰ ਇਹਨਾਂ ਦੀ ਪਾਲਿਸੀ ਹੈ ਜਿਹੜੀ ਗੁੰਮਰਾਹ ਕਰਨਾ ਹੈ। ਸਾਡੀਆਂ ਜਿਹੜੀਆਂ ਪਾਲਿਸੀਆਂ ਬਣੀਆਂ ਇਹ ਗੁੰਮਰਾਹ ਕਰਨ ਵਾਲੀਆਂ ਪਾਲਿਸੀਆਂ ਬਣੀਆਂ ਹੋਈਆਂ ਸਾਰੀਆਂ। ਕਿਸੇ ਦਾ 8 ਲੱਖ ਆ, ਕਿਸੇ ਦਾ 4 ਲੱਖ ਆ, ਕਿਸੇ ਦਾ 5 ਲੱਖ ਆ। ਅਸੀਂ ਇੰਨੇ ਪਰੇਸ਼ਾਨ ਹੋ ਗਏ ਆ ਬਜ਼ੁਰਗਾਂ ਨੂੰ ਦੇਖ ਕੇ, ਤਰਸਯੋਗ ਹਾਲਤ ਦੇ ਵਿੱਚ। ਬਈ
ਅੰਦਰੋਂ ਹੋਲ ਉੱਠ ਰਹੇ ਆ ਵੀ ਇਹ ਬਜ਼ੁਰਗ ਜਾਣ ਤਾਂ ਜਾਣ ਕਿੱਥੇ। ਬੈਂਕ ਵਾਲੇ ਵੀ ਹੱਥ ਖੜੇ ਕਰ ਰਹੇ, 17 ਦੇ ਵਿੱਚ ਜਾਓ 17 'ਚ ਭੇਜ ਦਿਓ, ਉੱਥੇ ਹੱਥ ਖੜੇ ਕਰ ਰਹੇ ਆ। ਬੰਦਾ ਜਾਵੇ ਤਾਂ ਜੀ ਜਾਵੇ ਕਿੱਥੇ। ਮੇਰੇ ਫਾਦਰ ਸਾਹਿਬ ਦੀ ਜਾਲੀ ਜੇ ਫਾਰਮ ਬਣਾ ਕੇ 10-10 ਲੱਖ ਦੇ ਸਾਡੀ ਪਾਲਿਸੀ ਦੇ ਵਿੱਚ ਵੀ ਉਹ ਸਬੂਤ ਦੇ ਤੌਰ ਤੇ ਹੈਗੇ ਆ। ਜਾਲੀ ਜੇ ਫਾਰਮ ਬਣੇ ਹੋਏ 10-10 ਲੱਖ ਦੇ, ਬਾਲੀਕੇ ਮੇਰੇ ਨਹੀਂ ਆ, ਪੂਰੀ ਜਿੰਨੇ ਵੀ ਮੇਰੇ ਨਾਲ ਖੜੇ ਆ ਸਾਰਿਆਂ ਦੀਆਂ ਪਾਲਿਸੀਆਂ ਸਾਰੇ ਜਾਲੀ ਫਾਰਮ ਬਣੇ ਹੋਏ ਆ, ਜੇ ਫਾਰਮ। ਤੇ ਉਹਦੇ ਵਿੱਚ ਜ਼ਿਆਦਾ ਇਨਕਮ ਸ਼ੋਅ ਕਰਕੇ ਲੱਖ ਰੁਪਏ ਦੀ ਪਾਲਿਸੀ ਬਣਾਤੀ ਇਹਨਾਂ ਨੇ ਜੀ। ਹੁਣ ਤੁਸੀਂ ਕਿਸ਼ਤ ਦੇ ਰਹੇ ਹੋ ਜਾਂ ਫਿਰ ਕਿਸ ਤਰ੍ਹਾਂ ਦਾ ਚੱਲ ਰਿਹਾ ਸਾਰਾ? ਅਸੀਂ ਕਿਸ਼ਤ ਨਹੀਂ ਦਵਾਂਗੇ ਜੀ। ਇਹ ਜੋ ਵੀ ਹੋਇਆ ਸਾਡੇ ਨਾਲ ਫਰੋਡ ਹੋਇਆ, ਅਸੀਂ ਕਿਸ਼ਤ ਕਿਉਂ ਦਵਾਂਗੇ ਜੀ। ਅਸੀਂ ਤਾਂ ਐਫਡੀ ਕਰਾਉਣ ਆਏ ਤੇ, ਲੱਖ ਦੀ ਐਫਡੀ ਕਰਾਉਣ ਆਏ ਤੇ ਜੀ, ਬਣਾਤੀ 5 ਲੱਖ ਦੀ ਪਾਲਿਸੀ। ਅਸੀਂ ਕਿੱਥੋਂ ਦਵਾਂਗੇ? ਗਰੀਬ ਬੰਦਾ ਕਿੱਥੇ ਜਾਊਗਾ ਜੀ। ਤੁਸੀਂ ਕੀ ਮੰਗ ਕਰਦੇ ਹੋ? ਸਾਡੀ ਮੰਗ ਆਏ ਆ ਜੀ, ਇਹਨਾਂ ਦੇ ਪਹਿਲਾਂ ਤਾਂ ਇਨਸਾਫ ਹੋਣਾ ਚਾਹੀਦਾ ਸਾਰੇ ਬੰਦਿਆਂ ਨਾਲ, ਬਜ਼ੁਰਗਾਂ ਨਾਲ, ਸਾਡੇ ਨਾਲ। ਤੇ ਪਰਚਾ ਹੋਣਾ ਚਾਹੀਦਾ, ਜਿਹੜੇ ਇਹਨਾਂ ਦੇ ਬੰਦੇ ਨੇ, ਪ੍ਰਬੰਧਕ ਨੇ ਇਹ ਕੰਮ ਕਰਿਆ, ਉਹਦੇ ਤੇ ਪਰਚਾ ਹੋਣਾ ਚਾਹੀਦਾ ਜੀ। ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਇਹ ਆਮ ਜਨਤਾ ਦੇ ਵਿੱਚ ਉਹ ਘੁੰਮ ਕੇ ਕੱਲ੍ਹ ਨੂੰ ਦੁਬਾਰਾ किते होर जगह जाके ये काम ना कर सके जी। हालांकि पंजाब नेशनल बैंक के कुराली ब्रांच के मैनेजर NC भट्टी ने ये भरोसा दिलाया है कि पूरे मामले की जांच की जा रही है और जल्द पूरा मसला सुलझा लिया जाएगा। अपना नाम क्या है जी ते तुसी केड़े बैंक दे मैनेजर हो जी? पंजाब नेशनल बैंक। सर बैंक के बाहर काफ़ी हंगामा हो रहा है पॉलिसी को लेके, सर वो की कहना चाहते हो उसके बारे में? देखो कंपनी जो जिसकी पॉलिसी है वो आए हुए लोग रिजॉल्व कर रहे हैं, सारा जो भी मामला रिजॉल्व करेंगे। क्या टाई है इनका बैंक के साथ में? इंश्योरेंस करना है, इंश्योरेंस करना है। तो ये इनका इल्ज़ाम है जी जो लोग बाहर प्रदर्शन कर रहे हैं अभी FD करवाने के लिए वो बैंक में आते हैं और बैंक के अंदर ही उनको बातों में उलझा के, क्योंकि वो ज़्यादातर लोग पढ़े लिखे नहीं हैं और उनको FD की जगह उनकी पॉलिसी कर दी जा रही है। ये चीज़ अब कुछ नहीं होएगी, ऐसा कुछ भी नहीं होएगा, सब चीज़ बताया जाएगा। ठीक है? नहीं सर, जो पहले हुई है उसके बारे में? उसका तो रिजॉल्व कर रहे हैं, सारा रिजॉल्व कर रहे हैं। सर PNB बैंक में जो ग्राहकों का बहुत विश्वास है वो PNB बैंक को पैसा देते हैं, लेकिन आपने ये PNB मेटलाइफ इंश्योरेंस कंपनी के साथ टाई अप किया हुआ है, लेकिन अब जो खामियाजा आपके ग्राहकों को भुगतना पड़ रहा है PNB के बैंक के, तो इसके बारे में क्या कहोगे? इसका सब रिजॉल्व कर देंगे, सब रिजॉल्व कर देंगे। अगर ना हुआ तो कौन जिम्मेवार है? नहीं, कंपनी बैठी है, देखो कंपनी के पास है सब कुछ। ठीक है, देखिए बैंक में इस तरह के आरोप लगते हैं तो आम जनता का भरोसा टूटता है। आर्थिक तंगी का सामना सभी कर रहे हैं, ऐसे में अगर बैंक में रखा पैसा भी सुरक्षित नहीं है तो मिडिल क्लास क्या करे। अगर आपको ये वीडियो पसंद आया हो तो कृपया हमें लाइक ज़रूर करें। हमारा चैनल सब्सक्राइब नहीं किया है तो हमें कृपया सब्सक्राइब भी करें। अपना फीडबैक हमें ज़रूर दें ताकि हम आपके लिए ख़ास खबरों का चयन कर पाए। अभी के लिए इतना ही, नमस्कार।